सतगुरां दी साजी निवाजी गुरु रूप प्यारी साध संगत जी, साहिब श्री गुरु ग्रंथ साहिब जी महाराज ने अपनी तरफों मनुखता नूं अथाह प्यार बख्शिया है, जिस दी बदौलत परमात्मा दे चरनां विच असीं जुड़ बैठे हाँ। परमात्मा दे नाम दी बंदगी करन दे विच लगे हाँ। भावें बहुत जिंदगियां समाज दे विच आईयां, सब ने अपना सफ़र तय अपने ढंग तरीके नाल सही कीता। और जिंदगियां वापस फिर चलियां गईयां ने। परमात्मा दा एक घर मनुखता नूं ये हदायत करदा है कि जे तूं संसार विच आए है, अनेकां तरह के भोजन पदार्थ तैनूं मिल रहे ने। जे पशुआं तो पंछियां तो बाकी सारी सृष्टि तो अपने आप को सियाणा अखवाना है, तो फिर तू सियाणा बन के दिखा। कहन मात्र मनुख सियाणा नहीं बनता। मनुख की बोली विचों, मनुख के देखने विचों, मनुख के चलने विचों, मनुख के कम्मां विचों सियाणप जिहड़ी है समाज के सामने आ जाती है। समाजिक लैवल ते बड़ी सियाणप वरतदा है, धार्मिक लैवल ते भी तू अपनी सियाणप वरत्या कर। क्योंकि जे तेरे कोल सियाणप होवेगी ते तू आके सतगुरां दे चरनां दे विच रख सकदा है कि परमात्मा जिन्नी मेरे कोले सियाणप सी वो सारी दी सारी मैं आप जी दे चरनां दे विच रखदा। परमात्मा तुसी अपनी मत अपनी सियाणप मैनूं दे के तोरिओ। पहले कुछ देना है परमात्मा नूं ते अपनी मत देनी है। जिन्ना वक्त मनुख अपनी मत परमात्मा दे अगे नहीं रखदा, उन्ना वक्त ते परमात्मा अपनी मत किवें देणगे। जो कुछ इहदे कोल अपने कोल सी वो इन्हें परमात्मा दे चरनां दे विच नहीं रखिया। ते जद परमात्मा दी इन्हें भेटा ही नहीं रखी तो परमात्मा इनों केड़ी सियाणप बख्शिश करन। फिर ते गुरु नानक महाराज ने कह दिता, सहस सियाणपां लख होए ता एक न चलै नाल। जमदूत लैण वास्ते आए, सियाणप सहस जद उन्होंने लैण वास्ते आए तो उन्हें अपने वर्गियां मूरतां घड़ के रख लियां। हज़ारां ही मूरतां उन्हें तैयार कर लियां। हुण जिहड़े जम लैण वास्ते आए सी, सारियां मूरतां उन्हें तैयार करके ते विच आप खड़ गया। जम लैण वास्ते आए, जम सारियां मूरतां नूं देखदे ने कि सारियां ही इक्को जिहियां है। इन्हां दे विचों पता किहड़ा लगेगा कि नकली कौन है ते असली कौन है।
ਉਹਨੇ ਆਪਣੀ ਸਿਆਣਪ ਦੇ ਨਾਲ ਆਪਣੇ ਵਰਗੀਆਂ ਹਜ਼ਾਰਾਂ ਮੂਰਤਾਂ ਤਿਆਰ ਕਰਕੇ ਰੱਖ ਲਈਆਂ, ਜਮਾਂ ਨੂੰ ਪਤਾ ਹੀ ਨਾ ਲੱਗੇ ਕਿ ਮੈਂ ਅਸਲੀ ਕੌਣ ਹਾਂ। ਬੜੀ ਵੱਡੀ ਸਿਆਣਪ ਖੇਡੀ। ਆਪਣੇ ਵਰਗੀਆਂ ਹਜ਼ਾਰਾਂ ਮੂਰਤੀਆਂ ਬਣਾ ਲੈਣੀਆਂ ਬਿਨਾਂ ਸਿਆਣਪ ਤੋਂ ਨਹੀਂ ਬਣਦੀਆਂ। ਜਮ ਸੀ ਜਿਹੜੇ ਲੈਣ ਆਏ ਤੇ ਵਾਪਸ ਹੋ ਗਏ ਪਰਮਾਤਮਾ, ਉਹ ਬੰਦੇ ਦੇ ਵਿੱਚ ਤੇ ਸਿਆਣਪ ਹੀ ਬੜੀ ਹੈ। ਉਹਨੇ ਤੇ ਆਪਣੀ ਸਿਆਣਪ ਦੇ ਨਾਲ ਹਜ਼ਾਰਾਂ ਮੂਰਤੀਆਂ ਤਿਆਰ ਕਰਕੇ ਰੱਖੀਆਂ ਹੋਈਆਂ ਨੇ, ਤੇ ਸਾਨੂੰ ਤੇ ਪਤਾ ਹੀ ਨਹੀਂ ਲੱਗਦਾ ਕਿ ਅਸਲੀ ਕੌਣ ਹੈ ਤੇ ਨਕਲੀ ਕੌਣ ਹੈ। ਹਜ਼ਾਰਾਂ ਮੂਰਤੀਆਂ ਦੇ ਵਿੱਚੋਂ ਅਸਲੀ ਲੱਭਣਾ ਬਹੁਤ ਔਖੀ ਗੱਲ ਹੈ। ਪਰਮਾਤਮਾ ਕਹਿੰਦੇ ਲੱਭਣਾ ਤੇ ਕਹਿੰਦੇ ਅਸਲੀ ਪਵੇਗਾ। ਚਲੋ ਪਰਮਾਤਮਾ ਨੇ ਕੋਈ ਜੁਗਤ ਸੀ ਜਿਹੜੀ ਉਹ ਦੱਸੀ। ਪਰਮਾਤਮਾ ਦੇ ਘਰ ਦੇ ਵਿੱਚ ਜਿੰਨਾ ਵੀ ਅਸੀਂ ਅਕਾਲ ਪੁਰਖ ਦੇ ਨਾਮ ਦੀ ਆਰਾਧਨਾ ਕਰਦੇ ਹਾਂ, ਬੈਠਦੇ ਹਾਂ, ਬਾਣੀ ਪੜ੍ਹਦੇ ਸੁਣਦੇ ਹਾਂ, ਹਰ ਇੱਕ ਪੰਗਤੀ ਦੇ ਵਿੱਚ ਪਰਮਾਤਮਾ ਜੁਗਤੀ ਦੱਸਦੇ ਨੇ ਮੁਕਤੀ ਹੋਣ ਵਾਸਤੇ। ਪਰਮਾਤਮਾ ਹਰ ਇੱਕ ਪੰਗਤੀ ਦੇ ਵਿੱਚ ਜੁਗਤੀ ਦੱਸਦੇ ਨੇ ਕਿ ਤੂੰ ਮੁਕਤ ਕਿਵੇਂ ਹੋਵੇਂਗਾ, ਇਹ ਜੁਗਤ ਅਪਣਾ ਲੈ। ਉਹ ਜਮ ਜਦ ਆਏ ਜੁਗਤੀ ਲੈ ਕੇ ਤੇ ਉਹ ਮੂਰਤੀਆਂ ਨੂੰ ਦੇਖਦੇ ਨੇ। ਪਹਿਲੀ ਮੂਰਤੀ ਨੂੰ ਦੇਖਿਆ, ਕਹਿੰਦੇ ਬਈ ਬਣਾਉਣ ਵਾਲੇ ਤਰਾਸਗੀਰ ਨੇ ਬੜੀ ਸੋਹਣੀ ਮੂਰਤੀ ਬਣਾਈ ਹੈ, ਇਹ ਤੇ ਬੜੀ ਸੁੰਦਰ ਮੂਰਤੀ ਹੈ। ਦੂਜੀ ਕੋਲ ਮੂਰਤੀ ਕੋਲ ਗਏ, ਕਹਿਣ ਲੱਗੇ ਵੀ ਸੰਗ ਤਰਾਸ ਨੇ ਬੜੀ ਸੋਹਣੀ ਘਾੜਤ ਘੜੀ ਹੈ ਇਹੋ ਜਿਹੀ ਮੂਰਤੀ। ਤੀਜੀ ਕੋਲ ਗਏ, ਇਹ ਮੂਰਤ ਕਹਿੰਦੇ ਸਹੀ ਨਹੀਂ ਬਣੀ ਹੋਈ, ਬਿਲਕੁਲ ਵੀ ਸਹੀ ਨਹੀਂ ਬਣੀ। ਚੌਥੀ ਕੋਲ ਗਏ, ਫਿਰ ਜਮ ਕਹਿਣ ਲੱਗੇ ਇਹ ਵੀ ਨਹੀਂ ਸਹੀ ਬਣੀ। ਇੱਕ ਦੋ ਮੂਰਤੀਆਂ ਨੂੰ ਸਲਾਹ ਕੇ, ਇੱਕ ਦੋ ਮੂਰਤੀਆਂ ਨੂੰ ਜਦੋਂ ਨਿੰਦਿਆ ਤੇ ਜਿਹੜਾ ਅਸਲੀ ਉਹਨਾਂ ਮੂਰਤੀਆਂ ਦੇ ਵਿੱਚ ਖੜਾ ਸੀ ਨਿਕਲ ਕੇ ਬਾਹਰ ਆ ਗਿਆ। ਕਹਿੰਦਾ ਮੈਨੂੰ ਦੱਸੋ ਕਿ ਮੈਂ ਤਾਂ ਇੰਨਾ ਸਮਾਂ ਲਾ ਕੇ ਇਹਨਾਂ ਨੂੰ ਤਰਾਸਿਆ ਹੈ, ਸਾਰੀਆਂ ਤਾਂ ਮੂਰਤਾਂ ਇੱਕੋ ਜਿਹੀਆਂ, ਤੁਸੀਂ ਤਾਂ ਇਵੇਂ ਨਿੰਦੀ ਜਾਂਦੇ ਹੋ। ਜਮ ਕਹਿਣ ਲੱਗੇ ਮੂਰਤੀਆਂ ਸਾਰੀਆਂ ਇੱਕੋ ਜਿਹੀਆਂ, ਬੜੀ ਸਿਆਣਪ ਦੇ ਨਾਲ ਤੂੰ ਤਰਾਸੀਆਂ ਸੀ। ਸਾਨੂੰ ਇਹਨਾਂ ਤੇ ਗਿਲਾ ਸ਼ਿਕਵਾ ਨਹੀਂ ਹੈ, ਪਰ ਅਸੀਂ ਤੇ ਤੈਨੂੰ ਅਸਲੀ ਨੂੰ ਪਕੜਨਾ ਸੀ ਕਿ ਤੂੰ ਕਿੱਥੇ ਜੇ ਖੜਾ ਹੈ, ਤੂੰ ਕਿੱਥੇ ਖੜਾ ਹੈ। ਤੂੰ ਕੀ ਸੋਚਿਆ ਸੀ ਕਿ ਆਪਣੀ ਸਿਆਣਪ ਦੇ ਨਾਲ ਤੂੰ ਐਡਾ ਪਰਮਾਤਮਾ ਤੋਂ ਦੂਰ ਹੋ ਜਾਵੇਂਗਾ ਕਿ ਤੇਰੀ ਕੋਈ ਪਹਿਚਾਣ ਨਹੀਂ ਕਰ ਸਕਦਾ। ਅਸੀਂ ਤੇ ਅਸਲੀ ਨੂੰ ਤੈਨੂੰ ਹੀ ਲੱਭਣਾ ਸੀ ਤੇ ਤੂੰ ਆਪਣੇ ਆਪ ਬਾਹਰ ਨਿਕਲਿਆ ਹੈ। ਤੈਨੂੰ ਬਾਹਰ ਕੱਢਣ ਵਾਸਤੇ ਇਹ ਜੁਗਤ ਅਪਣਾਈ ਸੀ। ਜੁਗਤੀ ਤੋਂ ਬਿਨਾਂ ਤੇ ਮੁਕਤੀ ਨਹੀਂ ਹੈ। ਭਾਵੇਂ ਮਨੁੱਖ ਦੇ ਕੋਲ ਲੱਖਾਂ ਸਿਆਣਪਾਂ ਹੋਵਣ, ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਫਿਰ ਇਹ ਸਿਆਣਪਾਂ ਤੇਰੀਆਂ ਇੱਕ ਵੀ ਤੇਰੇ ਨਾਲ ਨਹੀਂ ਚੱਲਣੀ, ਕਿਉਂਕਿ ਤੂੰ ਸਿਆਣਪਾਂ ਤੇਰੀਆਂ ਆਪਣੀਆਂ ਨੇ। ਇਸ ਸਾਰੀ ਦੀਆਂ ਸਾਰੀਆਂ ਸਿਆਣਾਪਣ ਪਰਮਾਤਮਾ ਦੇ ਅੱਗੇ ਰੱਖ ਦੇ। ਪਰਮਾਤਮਾ ਦੀ ਜਿਹੜੀ ਮੱਤ ਹੈ ਉਹ ਲੈ ਕੇ ਚਲਿਆ ਜਾ। ਤੇ ਜਿਨ੍ਹਾਂ ਦੇ ਕੋਲ ਪਰਮਾਤਮਾ ਦੀ ਮੱਤ ਹੈ, ਉਹ ਮਨੁੱਖਾਂ ਦਾ ਜਿਹੜਾ ਸਮਾਜ ਦੇ ਨਾਲੋਂ ਰਸਤਾ ਹੈ ਉਹ ਵੱਖਰਾ ਹੁੰਦਾ ਹੈ, ਵੱਖਰਾਪਣ ਉਹਨਾਂ ਦੇ ਰਸਤੇ ਦਾ ਹੁੰਦਾ ਹੈ। ਸਾਡੀ ਕੌਮ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ
ਜਿਨ੍ਹਾਂ ਦੇ ਕੋਲ ਇੱਕ ਬਹੁਤ ਵੱਡਾ ਵੱਖਰਾ ਰਸਤਾ ਸੀ। ਜਦ ਗੁਲਫਾਮ ਨੇ ਉਹਨੂੰ ਪਤਾ ਲੱਗਿਆ ਨਾ ਕਿ ਹਰੀ ਸਿੰਘ ਨਲੂਆ ਇੱਧਰ ਨੂੰ ਆ ਰਿਹਾ ਹੈ, ਤੇ ਗੁਲਫਾਮ ਸੀ ਜਿਹੜਾ ਕਦੇ ਕਿਸੇ ਤੋਂ ਡਰਿਆ ਨਹੀਂ ਸੀ, ਹਮੇਸ਼ਾ ਜਿੱਤ ਪ੍ਰਾਪਤ ਕਰਦਾ ਸੀ। ਤੇ ਉਹਨੂੰ ਜਦੋਂ ਪਤਾ ਲੱਗਿਆ ਕਿ ਹਰੀ ਸਿੰਘ ਨਲੂਆ ਆ ਰਿਹਾ ਹੈ, ਗੁਲਫਾਮ ਨੇ ਆਪਣਾ ਸਾਜੋ ਸਮਾਨ ਚੱਕਿਆ। ਕਹਿੰਦੇ ਇਹ ਆਸਣ ਛੱਡ ਜਾਈਏ, ਤੈਨੂੰ ਹਰੀ ਸਿੰਘ ਨਲੂਆ ਆ ਰਿਹਾ ਹੈ। ਉਹ ਜਰਨੈਲ ਕੌਮ ਦਾ, ਸਾਡੀ ਕੌਮ ਦੇ ਵਿੱਚ ਇਹੋ ਜਿਹੇ ਮਹਾਨ ਜਰਨੈਲ ਪੈਦਾ ਹੋਏ ਨੇ ਜਿਨ੍ਹਾਂ ਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਹੋਏ ਸਨ ਕਿ ਕਦੀ ਕੋਈ ਚੋਰੀ ਕਰਨ ਬਾਰੇ ਨਹੀਂ ਸੋਚ ਸਕਦਾ ਸੀ, ਕਦੀ ਝੂਠ ਬੋਲਣ ਬਾਰੇ ਕੋਈ ਸੋਚ ਨਹੀਂ ਸਕਦਾ ਸੀ, ਕਦੀ ਵੀ। ਸਾਡੇ ਜਰਨੈਲਾਂ ਨੇ ਸੋਚਿਆ, ਕਹਿੰਦੇ ਦੇਖੀਏ ਤੇ ਸਹੀ ਕਿ ਕੋਈ ਸਮਾਜ ਦੇ ਵਿੱਚ ਐਸਾ ਚੋਰ ਵੀ ਹੈ ਜਿਹੜਾ ਕੋਈ ਹਜੇ ਵੀ ਚੋਰੀ ਕਰਦਾ ਹੋਵੇ, ਜਾਂ ਹਜੇ ਵੀ ਕੋਈ ਧੀਆਂ ਭੈਣਾਂ ਦੀ ਇੱਜ਼ਤ ਨੂੰ ਤੱਕਦਾ ਹੋਵੇ। ਇੱਕ ਕੁਆਰੀ ਲੜਕੀ ਨੂੰ ਆਪਣੇ ਕੋਲ ਬੁਲਾ ਕੇ ਉਹਦਾ ਸਾਰੇ ਦਾ ਸਾਰਾ ਸਰੀਰ ਸਿਉਣੇ 'ਚ ਮੜਤਾ, ਸਾਰੇ ਸਰੀਰ 'ਤੇ ਸਿਉਣਾ ਪਾਤਾ, ਨਾਲ ਹੀ ਸਾਰੇ ਪਾਸੇ ਐਲਾਨ ਕਰਤਾ ਤਾਂ ਕਿ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜੇ ਕਿ ਅੱਜ ਰਾਤ ਨੂੰ ਇਹਨਾਂ ਕਸਬਿਆਂ ਦੇ ਵਿੱਚ ਇੱਕ ਲੜਕੀ ਨੇ ਲੰਘਣਾ ਹੈ, ਜਿਹੜੀ ਲੜਕੀ ਦੇ ਸਰੀਰ 'ਤੇ ਸਾਰੇ ਦਾ ਸਾਰਾ ਸਿਉਣਾ ਮੜਿਆ ਹੋਇਆ, ਤੇ ਉਹਦੇ ਨਾਲ ਕੋਈ ਫੌਜਦਾਰ ਨਹੀਂ ਹੈ, ਕੋਈ ਉਹਦਾ ਰਖਵਾਲਾ ਨਹੀਂ ਹੈ, ਕੁਆਰੀ ਲੜਕੀ ਹੈ। ਸਾਰੀ ਨੂੰ ਸਿਉਣੇ 'ਚ ਮੜ ਕੇ ਉਹਨੂੰ ਕਹਿ ਦਿੱਤਾ ਕਿ ਬੇਟਾ ਜਿੱਧਰ ਵੀ ਤੇਰਾ ਮਨ ਕਰਦਾ ਤੂੰ ਚਲੀ ਜਾ, ਸਾਰੀ ਰਾਤ ਚਲਦੀ ਰਹੀ। ਦੇਖਦਿਆਂ ਭਲਾ ਕਿ ਦੁਨੀਆ ਦੇ ਵਿੱਚ ਕਿਸੇ ਦੀ ਹਸਤੀ ਪੈਂਦੀ ਹੈ। ਸਾਰੇ ਲੋਕਾਂ ਨੂੰ ਪਤਾ ਸੀ, ਫਿਰ ਵੀ ਉਹ ਕੁਆਰੀ ਲੜਕੀ ਦੇ ਕਰੋੜਾਂ ਰੁਪਈਆਂ ਦਾ ਮੜਿਆ ਹੋਇਆ ਸਰੀਰ 'ਤੇ ਸਿਉਣਾ ਸਾਰੀ ਰਾਤ ਹਨੇਰੀਆਂ ਰਾਤਾਂ ਦੇ ਵਿੱਚ ਫਿਰਦੀ ਰਹੀ। ਕਿਸੇ ਦੀ ਜ਼ੁਰਤ ਨਹੀਂ ਪਈ ਸੀ ਕਿ ਲੜਕੀ ਵੱਲ ਕੋਈ ਝਾਕ ਜਾਵੇ, ਜ਼ੁਰਤ ਨਹੀਂ ਪਈ ਸੀ। ਇਹ ਉਹ ਮਹਾਨ ਜਰਨੈਲ ਸੀ ਕੌਮ ਦੇ। ਦੁਨੀਆਦਾਰੀ ਦੇ ਵਿੱਚ ਸਾਡੇ ਜਿਹੜੇ ਨਿਸ਼ਾਨ ਸਾਹਿਬ ਨੇ ਇਹ ਐਵੇਂ ਨਹੀਂ ਇੰਨੇ ਉੱਚੇ ਝੂਲਦੇ, ਅਸੀਂ ਮੁੱਢ ਤੋਂ ਹੀ ਇੰਨੇ ਉੱਚੇ, ਮੁੱਢ ਤੋਂ ਹੀ ਇੰਨੇ ਉੱਚੇ ਹਾਂ। ਸਮੇਂ ਸਮੇਂ ਦੇ ਨਾਲ ਇਸ ਕੌਮ ਦੇ ਵਿੱਚ ਵੀ ਬੜੇ ਵੱਡੇ ਵੱਡੇ ਗਦਾਰ ਪੈਦਾ ਹੁੰਦੇ ਰਹੇ ਨੇ। ਇਹ ਜਦ ਹਰੀ ਸਿੰਘ ਨਲੂਆ ਜੀ ਜਦ ਇੱਥੋਂ ਉਹਨੂੰ ਪਤਾ ਲੱਗਿਆ ਗੁਲਫਾਮ ਨੂੰ, ਤੇ ਇਹ ਨੱਸ ਲਿਆ। ਉਹਨੇ ਗੁਲਫਾਮ ਦੀ ਇੱਕ ਮੰਗੇਤਰ ਸੀ ਬੰਨੋ, ਜਦ ਇਹ ਸਾਰਾ ਕੁਝ ਛੱਡ ਕੇ ਨੱਸ ਗਿਆ ਨਾ, ਤੇ ਬੰਨੋ ਕਹਿਣ ਲੱਗੀ, ਕਹਿੰਦੀ ਗੁਲਫਾਮ ਤੂੰ ਤੇ ਤੇਰਾ ਤੇ ਇਸ ਗੱਲ ਦੇ ਵਿੱਚ ਰਿਕਾਰਡ ਹੈ ਕਿ ਤੂੰ ਤੇ ਅੱਜ ਤੱਕ ਕਿਸੇ ਤੋਂ ਡਰੇ ਹੀ ਨਹੀਂ ਸੀ, ਪਰ ਹਰੀ ਸਿੰਘ ਤੇ ਹਜੇ ਤੱਕ ਇੱਥੇ ਪਹੁੰਚਿਆ ਹੀ ਨਹੀਂ, ਤੇ ਤੂੰ ਪਹਿਲਾਂ ਹੀ ਸਾਰਾ ਕੁਝ ਛੱਡਤਾ, ਉਹ ਤੇ ਹਜੇ ਤੱਕ ਪਹੁੰਚਿਆ ਨਹੀਂ ਹੈ। ਗੁਲਫਾਮ ਆਪਣੀ ਮੰਗੇਤਰ ਬੰਨੋ ਨੂੰ ਕਹਿਣ ਲੱਗਿਆ
ਕਹਿੰਦਾ ਜਿਹੜਾ ਹਰੀ ਸਿੰਘ ਨਲੂਆ ਹੈ ਨਾ, ਇਹ ਸਰਦਾਰ ਹੈ। ਸਰਦਾਰ ਕੌਮ ਕਿਸੇ ਤੋਂ ਇਹ ਡਰਦੀ ਨਹੀਂ ਹੈ। ਐਨਾ ਕਹਿ ਕੇ ਨਾਲ ਲੈ ਗਿਆ। ਬੰਨੋ ਦੇ ਮਨ ਵਿੱਚ ਇਹ ਖਿਆਲ ਆਇਆ, ਕਹਿੰਦੇ ਵੀ ਜਿਹੜਾ ਹੋਇਆ ਸਰਦਾਰ ਤੇ ਜੀ ਤੋਂ ਗੁਲਫਾਮ ਵੀ ਡਰਦਾ ਹੈ, ਜਿਹਦਾ ਨੇੜੇ ਤੇੜੇ ਏਰੀਏ ਦੇ ਵਿੱਚ ਸਭ ਤੋਂ ਸਿੱਕਾ ਚੱਲਦਾ ਸੀ ਕਿ ਗੁਲਫਾਮ ਕਿਸੇ ਤੋਂ ਡਰਿਆ ਨਹੀਂ ਸੀ। ਬੰਨੋ ਕਹਿਣ ਲੱਗੀ ਮੈਂ ਤੇ ਫਿਰ ਇੱਧਰੋਂ ਹਰੀ ਸਿੰਘ ਨਲੂਏ ਨੇ ਆ ਕੇ ਕਬਜ਼ਾ ਕਰ ਲਿਆ। ਤੇ ਬੰਨੋ ਉਹਦੀ ਮੰਗੇਤਰ ਕਹਿਣ ਲੱਗੀ, ਗੁਲਫਾਮ ਕਹਿੰਦੀ ਮੈਂ ਤਾਂ ਐਸੇ ਸਰਦਾਰ ਦੇ ਦਰਸ਼ਨ ਕਰਨੇ ਹੈ ਜਿੱਤੋਂ ਤੂੰ ਡਰਿਆ, ਜਿੱਤੋਂ ਤੂੰ ਡਰਿਆ ਮੈਂ ਤੇ ਉਹਦੇ ਦਰਸ਼ਨ ਕਰਨੇ ਹੈ। ਗੁਲਫਾਮ ਕਹਿਣ ਲੱਗਿਆ ਬੰਨੋ ਤੂੰ ਨਾ ਜਾ, ਪਰ ਉਹ ਆਪਣੀ ਜਿੱਦ ਤੇ ਅੜੀ ਰਹੀ। ਕਹਿਣ ਲੱਗੀ ਨਹੀਂ ਮੈਂ ਜਾਵਾਂਗੀ। ਹਰੀ ਸਿੰਘ ਨਲੂਏ ਦਾ ਦਰਬਾਰ ਲੱਗਿਆ। ਦਰਬਾਰ ਲੱਗੇ ਦੇ ਵਿੱਚ ਬੰਨੋ ਚਲੀ ਗਈ। ਪੁਰਾਣੇ ਜ਼ਮਾਨਿਆਂ ਦੇ ਵਿੱਚ ਇਹ ਚੀਜ਼ ਆਮ ਹੁੰਦੀ ਸੀ ਕਿ ਕਦੀ ਵੀ ਕਿਸੇ ਔਰਤ ਦੇ ਅਤੇ ਬੱਚੇ ਤੇ ਛੇਤੀ ਕਿਤੇ ਹੱਥ ਨਹੀਂ ਚੁੱਕਿਆ ਜਾਂਦਾ ਸੀ। ਹਜੇ ਤੱਕ ਵੀ ਕਈ ਧਰਮਾਂ ਦੇ ਵਿੱਚ ਜਿਹੜੀ ਹੈ ਉਹ ਮਰਿਆਦਾ ਜਿਹੜੀ ਹੈ ਹਜੇ ਤੱਕ ਵੀ ਪਰਪੱਕ ਚੱਲੀ ਆਉਂਦੀ ਹੈ। ਬੰਨੋ ਜਾ ਕੇ ਹਰੀ ਸਿੰਘ ਨਲੂਏ ਨੂੰ ਕਹਿਣ ਲੱਗੀ, ਕਹਿੰਦੇ ਤੁਸੀਂ ਸਾਡੇ ਘਰ ਤੇ ਕਬਜ਼ਾ ਕਰਕੇ ਕਿਉਂ ਬੈਠ ਗਏ ਹੋ? ਜੇ ਤੁਸੀਂ ਸਰਦਾਰ ਹੋ ਤੇ ਆਪਣਾ ਘਰ ਮਕਾਨ ਬਣਾ ਕੇ ਬੈਠਦੇ। ਹਰੀ ਸਿੰਘ ਨਲੂਆ ਕਹਿਣ ਲੱਗੇ ਬੇਟਾ ਅਸੀਂ ਕਿਸੇ ਨੂੰ ਡਰਾਇਆ ਨਹੀਂ ਹੈ, ਪਰ ਸਾਡੇ ਵਿੱਚ ਇੱਕ ਖਾਸੀਅਤ ਇਹ ਹੈ ਕਿ ਅਸੀਂ ਕਿਸੇ ਤੋਂ ਡਰਦੇ ਵੀ ਨਹੀਂ ਹਾਂ। ਆਜ਼ਾਦੀ ਸਾਡਾ ਕਰਮ ਹੈ, ਆਜ਼ਾਦ ਸਾਡੀ ਸੋਚ ਹੈ। ਇਹ ਤੇ ਗੁਲਫਾਮ ਪਹਿਲੇ ਹੀ ਨੱਸ ਗਿਆ, ਵਰਨਾ ਉਹਦੇ ਨਾਲ ਅਸੀਂ ਜੰਗ ਯੁੱਧ ਕਰਕੇ ਵੀ ਇਹ ਜਗ੍ਹਾ ਲੈ ਲੈਣੀ ਸੀ, ਕਿਉਂਕਿ ਇਹ ਜਗ੍ਹਾ ਗੁਲਫਾਮ ਦੀ ਨਹੀਂ ਹੈ। ਜਦ ਬੇਟਾ ਸ਼ਬਦ ਵਰਤਿਆ ਹਰੀ ਸਿੰਘ ਨਲੂਏ ਨੇ, ਉੱਥੇ ਜਿਹੜੀ ਬੰਨੋ ਸੀ ਗੁਲਫਾਮ ਦੀ ਮੰਗੇਤਰ, ਉਹ ਕਹਿਣ ਲੱਗੀ, ਕਹਿੰਦੀ ਤੁਸੀਂ ਇੰਜ ਕਰੋ ਕਿ ਮੇਰੀ ਇੱਕ ਤਮੰਨਾ ਪੂਰੀ ਕਰ ਦਿਓ। ਤੁਸੀਂ ਕਹਿੰਦੇ ਹੋ ਕਿ ਇਸ ਘਰ ਦੇ ਵਿੱਚੋਂ ਕੋਈ ਖਾਲੀ ਨਹੀਂ ਮੁੜਦਾ, ਪਰ ਮੇਰੀ ਤੁਸੀਂ ਜਿਹੜੀ ਹੈ ਇੱਕ ਤਮੰਨਾ ਪੂਰੀ ਕਰ ਦਿਓ। ਹਰੀ ਸਿੰਘ ਨਲੂਆ ਕਹਿਣ ਲੱਗੇ ਉਹ ਤੇਰੀ ਤਮੰਨਾ ਕਿਹੜੀ ਹੈ? ਕਹਿੰਦੀ ਮੈਂ ਚਾਹੁੰਦੀ ਹਾਂ ਕਿ ਤੁਹਾਡੇ ਵਰਗਾ ਸਰਦਾਰ ਬੇਟਾ ਮੇਰੇ ਘਰ ਦੇ ਵਿੱਚ ਹੋਵੇ। ਗੁਲਫਾਮ ਦੀ ਮੰਗੇਤਰ ਬੰਨੋ ਹਰੀ ਸਿੰਘ ਨਲੂਏ ਨੂੰ ਕਹਿੰਦੀ ਤੁਹਾਡੇ ਵਰਗਾ ਸਰਦਾਰ ਬੇਟਾ ਮੇਰੇ ਘਰ ਦੇ ਵਿੱਚ ਹੋਵੇ। ਅਜੋਕੇ ਸਮੇਂ ਦੇ ਵਿੱਚ ਸਰਦਾਰਾਂ ਦੇ ਸਰਦਾਰ ਬੇਟਿਆਂ ਦੀ ਜਿਹੜੀ ਹੈ ਇਹ ਸਾਰੀ ਦੀ ਸਾਰੀ ਸਰਦਾਰੀ ਨਾਈਆਂ ਦੀ ਦੁਕਾਨ ਤੇ ਪਹੁੰਚ ਗਈ ਹੈ। ਸਾਰੀ ਸਰਦਾਰੀ ਚਲੀ ਗਈ। ਕੱਲੇ ਨਾਮ ਦੇ ਸਰਦਾਰਾਂ ਅੰਦਰੋਂ ਤੇ ਬਿਲਕੁਲ ਬਾਂਸ ਦੀ ਤਰ੍ਹਾਂ ਖਾਲੀ ਹੋ ਚੁੱਕੇ ਹਨ। ਕੁਛ ਵੀ ਪੱਲੇ ਨਹੀਂ ਰਿਹਾ। ਕੋਈ ਟਾਈਮ ਹੁੰਦਾ ਸੀ ਸਰਦਾਰਾਂ ਦਾ ਕਿ ਸਰਦਾਰਾਂ ਦੇ ਬੱਚੇ ਜਿੰਨੀਆਂ ਭਾਰਤ ਦੀਆਂ ਵਿਸ਼ਵ ਦੀਆਂ ਬੋਲੀਆਂ ਹੁੰਦੇ ਸੀ ਉਹ ਸਾਰੀ ਦੀਆਂ ਸਾਰੀਆਂ ਬੋਲੀਆਂ ਸਿੱਖ ਲੈਂਦੇ ਸੀ। ਫਾਰਸੀ ਕਿਵੇਂ ਬੋਲਣੀ ਹੈ, ਉਰਦੂ ਕਿਵੇਂ ਬੋਲਣੀ ਹੈ, ਅੰਗਰੇਜ਼ੀ ਕਿਵੇਂ ਬੋਲਣੀ ਹੈ, ਹਿੰਦੀ ਬੋਲਣੀ ਕਿਵੇਂ ਹੈ, ਪੰਜਾਬੀ ਬੋਲਣੀ ਕਿਵੇਂ ਹੈ, ਇਹ ਜਿੰਨੀਆਂ ਬੋਲੀਆਂ ਸੀ ਸਾਰੇ ਸਰਦਾਰਾਂ ਦੇ ਬੱਚੇ ਸਿੱਖ ਲੈਂਦੇ ਸੀ। ਐਲਾਨੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਤੋਂ ਕਾਂਸੀ ਦੇ ਵਿੱਚ ਸਿੰਘ ਭੇਜੇ ਸੀ ਕਿ ਜੋ ਕੁਝ ਵੀ ਤੁਹਾਨੂੰ ਇਸ ਦੁਨੀਆ 'ਤੇ ਚਾਹੀਦਾ ਸਿੱਖੋ। ਘੋੜ ਸਵਾਰੀ, ਸ਼ਾਸਤਰ ਰੱਖਣੇ, ਸ਼ਾਸਤਰ ਚਲਾਉਣੇ, ਜੰਗ ਯੁੱਧ ਕਰਨੀ, ਗਰੀਬ ਦੀ ਰੱਖਿਆ ਕਰਨੀ ਹੈ। ਆਪਣੀ ਰੱਖਿਆ ਕਿਵੇਂ ਕਰਨੀ ਹੈ, ਇਹ ਸਾਰੇ ਦੇ ਸਾਰੇ ਕੰਮ ਸਰਦਾਰਾਂ ਦੇ ਹਿੱਸੇ ਦੇ ਵਿੱਚ ਆਏ ਸੀ।
ਤੇ ਜਿਹੜੇ ਇਹ ਕੰਮ ਕਰਦੇ ਸੀ ਕਿ ਆਪ ਵਿੱਦਿਆ ਪੜ੍ਹਦੇ ਸੀ, ਦੂਜਿਆਂ ਨੂੰ ਪੜ੍ਹਾਉਂਦੇ ਸੀ, ਘੋੜ ਸਵਾਰੀ ਸਿੱਖਦੇ ਸੀ, ਨੇਜੇ ਚਲਾਉਣੇ ਸਿੱਖਦੇ ਸੀ, ਸਾਰਾ ਕੁਝ ਜਿਹੜੇ ਕਰਮ ਕਰਦੇ ਸੀ ਸਰਦਾਰ ਤੇ ਉਸੇ ਨੂੰ ਕਹਿੰਦੇ ਸੀ। ਸਰਦਾਰ ਤੇ ਉਸੇ ਨੂੰ ਕਹਿੰਦੇ ਸੀ। ਇਹ ਜਿਹੜੀ ਸਰਦਾਰੀ ਸੀ ਉਹ ਸਾਰੀ ਦੀ ਸਾਰੀ ਖੁੱਸ ਗਈ ਹੈ, ਬਾਂਸ ਦੀ ਤਰ੍ਹਾਂ ਬਿਲਕੁਲ ਖੋਖਲੇ ਰਹਿ ਗਏ। ਸਭ ਦੇ ਸਭ ਨੇ ਜਿਹੜੇ ਇਹ ਸਰਦਾਰਾਂ ਦੇ ਬੇਟੇ, ਇਹਨਾਂ ਦੀ ਸਾਰੀ ਸਰਦਾਰੀ ਸੀ ਜਿਹੜੀ ਉਹ ਨਾਈਆਂ ਦੀ ਦੁਕਾਨ ਤੇ ਪਹੁੰਚ ਗਈ ਹੈ। ਬੜੇ ਵੱਡੇ ਪੈਮਾਨੇ ਦੇ ਸਨ, ਬੜਾ ਵੱਡਾ ਇਹਨਾਂ ਦਾ ਰੁਤਬਾ ਸੀ। ਕੋਈ ਟਾਈਮ ਸੀ ਜਦੋਂ ਦੂਜੇ ਧਰਮ ਦੇ ਆ ਕੇ ਲੋਕ ਇਹ ਗੱਲ ਕਹਿੰਦੇ ਸਨ ਕਿ ਸਾਡੇ ਘਰੇ ਸਰਦਾਰ ਬੱਚਾ ਪੈਦਾ ਹੋਵੇ। ਅੱਜ ਅਸੀਂ ਉਹ ਸਰਦਾਰ ਹਾਂ ਜਿਹੜੇ ਇਹ ਗੱਲ ਕਹਿੰਦੇ ਕਿ ਸਾਡੇ ਘਰੇ ਸਰਦਾਰ ਨਾ, ਸਾਡੇ ਘਰੇ ਤੇ ਮੁਸਲਮਾਨ ਬੱਚਾ ਪੈਦਾ ਹੋਵੇ। ਕਿੱਧਰ ਗਈਆਂ ਸਰਦਾਰੀਆਂ? ਨਾ ਕਿਸੇ ਦੇ ਕੋਈ ਕੇਸ ਹੈ, ਨਾ ਕਿਸੇ ਦੇ ਸਿਰਾਂ ਤੇ ਦਮਾਲੇ ਚੜ੍ਹੇ ਹੋਏ ਨੇ, ਨਾ ਕਿਸੇ ਦੇ ਗੁਰੂ ਸਾਹਿਬ ਦਾ ਪੂਰਾ ਬਾਣਾ ਪਾਇਆ ਹੋਇਆ ਹੈ, ਨਾ ਕੋਈ ਬਾਣੀ ਪੜ੍ਹਨ ਵਾਸਤੇ ਤਿਆਰ ਹੈ, ਨਾ ਕੋਈ ਬਾਣੀ ਸਿੱਖਣ ਵਾਸਤੇ ਤਿਆਰ ਹੈ, ਨਾ ਕੋਈ ਕੇਸ ਰੱਖਣ ਵਾਸਤੇ ਤਿਆਰ ਹੈ, ਕੁਝ ਵੀ ਕਰਨ ਵਾਸਤੇ ਤਿਆਰ ਨਹੀਂ ਹੈ। ਤੇ ਆ ਜਿਹੜੀਆਂ ਸਾਰੀ ਪ੍ਰਕਾਰ ਦੀਆਂ ਬੋਲੀਆਂ ਸਿੱਖਣੀਆਂ, ਸਾਰੇ ਪ੍ਰਕਾਰ ਦੀ ਵਿੱਦਿਆ ਸਿੱਖਣੀ, ਆਪਣੀ ਰੱਖਿਆ ਕਿਵੇਂ ਕਰਨੀ ਹੈ, ਦੂਜੇ ਦੀ ਰੱਖਿਆ ਕਿਵੇਂ ਕਰਨੀ ਹੈ, ਇਹ ਤੇ ਗੱਲਾਂ ਹੀ ਬਹੁਤ ਦੂਰ ਰਹਿ ਗਈਆਂ ਨੇ ਸਾਥੋਂ। ਤੇ ਜੇ ਕਿਸੇ ਨੂੰ ਪੁੱਛ ਕੇ ਦੇਖ ਲਈਏ ਫਿਰ ਅਸੀਂ ਕਹਿੰਦੇ ਹਾਂ, ਭਾਈ ਸਾਹਿਬ ਸਾਡਾ ਨਾਮ ਜਰਾ ਬੋਲੀ ਸਰਦਾਰ ਫਲਾਨਾ ਸਿਉਂ ਫਲਾਨੇ ਸਿੰਘ ਦਾ। ਆ ਸਰਦਾਰ ਸ਼ਬਦ, ਸਿੰਘ ਸ਼ਬਦ ਇਹ ਕਿੱਥੋਂ ਆਏ ਨੇ? ਸਰਦਾਰ ਕਿਹਨੂੰ ਕਹਿੰਦੇ ਨੇ? ਇਤਿਹਾਸ ਦੇ ਪੰਨਿਆਂ ਦੇ ਵਿੱਚ ਦੇਖਿਓ ਸਰਦਾਰ ਕਿਹਨੂੰ ਕਹਿੰਦੇ ਨੇ। ਤੇ ਸਰਦਾਰੀ ਤੇ ਸਾਰੀ ਦੀ ਸਾਰੀ ਚਲੀ ਗਈ ਹੈ, ਕੁਛ ਵੀ ਪੱਲੇ ਨਹੀਂ ਰਿਹਾ। ਬੰਨੋ ਗੁਲਫਾਮ ਦੀ ਮੰਗੇਤਰ ਕਹਿਣ ਲੱਗੀ ਮੇਰੀ ਇੱਛਾ ਹੈ ਕਿ ਤੁਹਾਡੇ ਵਰਗਾ ਸਰਦਾਰ ਬੇਟਾ ਮੇਰੇ ਘਰ ਦੇ ਵਿੱਚ ਜਨਮ ਲਵੇ। ਹਰੀ ਸਿੰਘ ਨਲੂਆ ਕਹਿਣ ਲੱਗੇ ਬੰਨੋ ਇਹ ਤੇ ਨਹੀਂ ਹੋ ਸਕਦਾ ਕਿ ਸਾਡੇ ਵਰਗਾ ਸਰਦਾਰ ਬੇਟਾ ਤੇਰੀ ਕੁੱਖ ਦੇ ਵਿੱਚੋਂ ਜਨਮ ਲਵੇ, ਕਿਉਂਕਿ ਉਹ ਤੇ ਦੂਸਰੇ ਧਰਮ ਦੀ ਸੀ। ਤੇ ਧਰਮ ਦੇ ਜਿਹੜੇ ਚਿੰਨ੍ਹ ਨੇ ਇਹ ਜਦੋਂ ਬੱਚਾ ਜਨਮ ਲੈਂਦਾ ਉਦੋਂ ਤੋਂ ਹੀ ਉਸ ਨੂੰ ਜਿਹੜਾ ਹੈ ਦਿੱਤੇ ਜਾਂਦੇ ਨੇ ਧਰਮ ਦੇ ਚਿੰਨ੍ਹ। ਹਿੰਦੂ ਧਰਮ ਆਪਣੇ ਚਿੰਨ੍ਹ ਦਿੰਦਾ ਹੈ, ਮਹਾਂਡਣ ਧਰਮ ਆਪਣੇ ਧਰਮ ਚਿੰਨ੍ਹ ਦਿੰਦਾ ਹੈ, ਜੈਨ ਧਰਮ ਆਪਣੇ ਚਿੰਨ੍ਹ ਦਿੰਦਾ ਹੈ, ਸਿੱਖ ਧਰਮ ਆਪਣੇ ਬੱਚਿਆਂ ਨੂੰ ਆਪਣੇ ਚਿੰਨ੍ਹ ਦਿੰਦਾ ਹੈ ਕਿ ਚਿੰਨ੍ਹ ਉਹ ਧਰਮ ਦੇ ਦਿੱਤੇ ਜਾਂਦੇ ਨੇ ਬਚਪਨ ਤੋਂ ਲੈ ਕੇ। ਉਹ ਕਹਿਣ ਲੱਗੇ ਇਹ ਤੇ ਨਹੀਂ ਹੋ ਸਕਦਾ, ਹੁਣ ਤੁਸੀਂ ਮਹਾਂਡਣ ਧਰਮ ਦੇ ਨਾਲ ਸੰਬੰਧ ਤੋਂ ਜਦ ਬੱਚਾ ਜਨਮ ਲਵੇਗਾ ਤੇ ਉਦੋਂ ਨੂੰ ਤੇ ਜਿਹੜੇ ਹੈ ਤੁਹਾਡੇ ਧਰਮ ਦੇ ਚਿੰਨ੍ਹ ਨੂੰ ਪਹਿਨਾ ਦਿੱਤੇ ਜਾਣੇ ਨੇ। ਬੰਨੋ ਜਾਣ ਲੱਗੀ ਹਰੀ ਸਿੰਘ ਨਲੂਏ ਨੂੰ ਪਿਛਾਂਹ ਮੁੜ ਕੇ ਝਾਕ ਕੇ ਕਹਿੰਦੀ ਹੈ, ਜੇ ਤੁਹਾਡੇ ਵਰਗੇ ਬੇਟੇ ਨੇ ਮੇਰੇ ਘਰੇ ਜਨਮ ਨਹੀਂ ਲੈਣਾ ਤੇ ਫਿਰ ਕੀ ਇਹ ਗੱਲ ਝੂਠ ਸੀਗੀ ਕਿ ਜਿਹੜਾ ਵੀ ਤੁਹਾਡੇ ਦਰਬਾਰ ਦੇ ਵਿੱਚ ਆਇਆ ਅੱਜ ਤੱਕ ਕੋਈ ਖਾਲੀ ਨਹੀਂ ਮੁੜਿਆ? ਖਾਲੀ ਨਹੀਂ ਮੁੜਿਆ, ਅੱਜ ਤੱਕ ਕੋਈ ਖਾਲੀ ਨਹੀਂ ਮੁੜਿਆ। ਹਰੀ ਸਿੰਘ ਨਲੂਆ ਉੱਠੇ, ਹਰੀ ਸਿੰਘ ਨਲੂਆ ਉੱਠੇ। ਹਰੀ ਸਿੰਘ ਨਲੂਏ ਨੇ ਉੱਠ ਕੇ ਜਿਹੜੀ ਉਹਨਾਂ ਤੇ ਆਪਣੀ ਚਾਦਰ ਲੈਤੀ ਹੋਈ ਸੀ ਨਾ, ਹਰੀ ਸਿੰਘ ਨਲੂਏ ਨੇ ਜਾਂਦੀ ਜਾਂਦੀ ਬੰਨੋ ਦੇ ਸਿਰ ਤੇ ਚਾਦਰ ਪਾ ਦਿੱਤੀ। ਕਹਿੰਦਾ ਲੈ ਬੰਨੋ, ਜੇ ਤੂੰ ਇਹੋ ਜਿਹਾ ਪੁੱਤ ਚਾਹੁੰਦੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਪੈਦਾ ਹੋਵੇ ਚਾਹੇ ਨਾ ਹੋਵੇ, ਪਰ ਅੱਜ ਤੋਂ ਬਾਅਦ ਮੈਂ ਹੀ ਤੇਰਾ ਧਰਮ ਦਾ ਪੁੱਤ ਹਾਂ।
हरि सिंह नलूआ कहना, ते तू मेरी धर्म की अज तो बाद मां बन चुकी है। हुण बन्नों हजे गुलफाम दी मंगेतर सी, उहदी शादी नहीं हुई सी। हरि सिंह नलूआ कहन लग्या, लै तेरी इच्छा जिहड़ी है, जे तू यही इच्छा लैके आई सी तेरी पूरी कर दिंदे आ। इस घर दे विच जो भी आया हर एक दी इच्छा पूरी हुई है। ऐलानिया गुरु साहिब जी महाराज कहते ने, ये तो दारी परमात्मा का ऐसा है, इच्छा पूरक सर्व सुख दाता हर जाके वस है काम तेना। ये तो सब दियां इच्छा पूरियां करन वाला ये परमात्मा का दर है। पर मनुख नूं इत्थे आके जिहड़ी अपनी सियाणापण है, अपनी सियाणप है, वो छड्डनी पैंदी है। ते अपनी सियाणप नूं कोई बंदा छड्डण वास्ते अज तैयार नहीं है। कोई बंदा ये गल दलील दे नाल नहीं कह सकदा कि जिन्ना मैं सियाणा सी, मैं अमृत वेले सारे दा सारा सियाणापण गुरु ग्रंथ साहिब दे चरनां विच रख के ते गुरु ग्रंथ साहिब जी महाराज दी मत लैके, गुरु का हुक्म लेके अपने घर दे विच आया, नहीं कह सकता। इको ही सियाणप है मनुख दे कोले, उसे सियाणप नूं वारी वारी दोहराउंदा रहिंदा है ते हर एक जगह ते उस सियाणप नूं वरतदा रहिंदा है। आप जी ने कदे समाज दे विच विचरदिआं देखना कि मनुख अपने आप नूं किन्ना सियाणा समझदा रहिंदा है, पर ਜਿਹੜੇ इस तो पहला सियाणे हो के चले गए ने, वो साथों बहुत बड़े सियाणे होए सी। ते गुरु नानक महाराज जी कहते सियाणपां तेरे कदे भी नाल नहीं चलणियां। मिलदा सब कुछ है परमात्मा दे घर विचों, पर मनुख नूं अपनी मत जिहड़ी है परमात्मा दे चरनां विच छड्डणी पैंदी है। फिर जिहड़ा है परमात्मा दे चरनां दे विचों हर एक मनुख दियां जो भी इच्छावां ने गुरमत दे अनुसार वो पूर्ण होंदियां ने। गुरु की मत के अनुसार जो गुरु ने देना है वो दे देना है, जो नहीं देना वो नहीं देना। बिन बोलिया सब कुछ जानदा, किसे आगे कीचा अरदास। जो देना है गुरु ने दे देना है। परमात्मा एडा मेहरबान कृपालु दयालु है कि परमात्मा ने सृष्टि नूं जिमें जिमें पैदा करदा है ते सारी सृष्टि का भोजन उस तो पहला तैयार करता रहता है, पहला तैयार करता है। भावें दुनिया इस चक्करां दे विच उलझी हुई है, कोई कहता है धरती मुक्कूगी, कोई कहन लगा धरती के थल्ले दा पानी मुक जाऊगा, कोई कुछ मका रहा है, कोई कुछ मका रहा है। सियाणे ने दुनिया थोड़ी जी फास्ट ज़्यादा सियानी हो गई है, बड़ा कुछ करते हैं, पर कुदरती निजमां दे विच जो सानू परमात्मा ने दिता है वो दिता है। ते परमात्मा ने मनुखता दे आउण तो पहला, सृष्टि नूं पैदा करन तो पहला उहदा जिहड़ा सी भोजन पानी सब कुछ उहदे वास्ते तैयार करके संसार दे विच भेजिया होया है। तो गुरु साहिब जी महाराज कहते हैं जिन्नियां तेरे कोले सियाणपां हैगियां ने, जदों गुरु दे घर दे विच आ गया वो सारी दियां सारियां सियाणपां गुरु ग्रंथ साहिब जी महाराज दे अगे रख। ते गुरु दी जिहड़े गुरु दे घर दी जिहड़ी सियाणप है वो उस तो बाद विच तैनूं नज़र आवेगी, उदों पहला नज़र नहीं आउंदी। उदों ते फिर मनुख दी अपनी सियाणप चलदी रहिंदी है। मैं आह काम कीता, मैं इहदे विच भी सियाणा, दो चार काम कर दिते, मैं परमात्मा के घर दे विच मैं बड़ा सियाणा। तो गुरु साहिब जी महाराज जी की जो असीं सिलसिलावार गुरबाणी पढ़ते हैं, सिलसिलावार कहते हैं लड़ीवार। आ जिहड़ी सहज पाठ ते अखंड पाठ की परंपरा महाराज ने चलाई सी ना, ये कोई धन कमाउण वास्ते परमात्मा ने नहीं चलाई सी भी किसी नूं कहा सी तुसीं सहज पाठ ते अखंड पाठ करके पैसे कमा लिओ, ਜਾਂ ਕਿਸੇ ਨੂੰ ਇਹ ਗੱਲ नहीं कही सी कि जदों तेरे कोले बहुता धन आ गया, तेरे कोले पदार्थ आ गए तो तू खंड पाठ ते सहज पाठ करवा दी।
ये परंपरा इस वास्ते चलाई सी कि तुसीं सिलसिलावार सारे गुरु ग्रंथ साहिब जी महाराज दे जिन्ने बचन ने वो सारे दे सारे बचनों नूं तुसीं सुन सको, उन्हां नूं सुन सको तुसीं कि जिन्ना भी अकाल पुरख दा निधान खजाना परमात्मा दे घर दे विचों साडे कोल आया, वो सारी दी सारियां गल्लां तुसीं परमात्मा दियां अपने घर विच बैठ के सुन सको। इस वास्ते सहज पाठ ते अखंड पाठ की परंपरा चली सी। सुखमनी साहिब की मर्यादा चली है संसार दे विच, सुखमनी साहिब का पाठ करो करवाओ। ये जिहड़े मर्यादा चलियां होईयां ने गुरु के घर दे विच, ये धन खर्चण वास्ते मर्यादा नहीं चली हुई सी, जां कोई सानू वड्डापन असीं अपना वड्डापन करन वास्ते मर्यादा नहीं चली हुई सी कि साडा पता लगे असीं वड्डे हां। ये ते रब दीयां गल्लां सुनन वास्ते मर्यादा चली हुई सी कि ताकि तुसीं सिलसिलावार लड़ीवार आराम दे नाल बैठ के अपने घर दे विच रब नूं अपनियां गल्लां दस सको ते रब दा अग्गों तुहाडे वास्ते की हुक्म है, रब दीयां गल्लां तुसीं सुन सको। उस वास्ते ये मर्यादा बनी हुई सी। पर हुण इस मर्यादा तो बंदा लांभे है। सहज पाठ भी हो रहे ने ते बड़ी वड्डी तादाद दे विच हो रहे ने, अखंड पाठ साहिब भी हो रहे ने, सुखमनी साहिब दे जाप भी हो रहे ने, बड़ा कुछ हो रहा है। हाँ, जाप हो रहे ने, गल सुनन वास्ते कोई तैयार नहीं है। किसी रिश्तेदार नूं घर दे विच बुलाइए, घरे बुला के ते आपदे काम धंधिਆਂ दे विच लगे रहो, दी गल ही ना सुनो, दुबारे आवेगा नहीं आउंदा। तो गुरु ग्रंथ साहिब जी महाराज जियां दी बाणी ये सिलसिलावार बाणी सुनन वास्ते, रब दीयां गल्लां सुनन वास्ते ही जिहड़ा सी ये मर्यादा गुरु साहिब जी महाराज ने बनाई सी। ते जे असीं इस मर्यादा तो लांभे हो गए हैं, अज किहड़े पक्ष तो सरदार हैं? सरदार शब्द एक बहुत वड्डा शब्द है, जिहदे विच कोई ये नहीं है भी इतिहास दे विच इतिहास नूं एक पासे कर दिओ, गुरबाणी दे विच भी दर्दी है, इस धरती पुर तेरी सिकधारी, आ सारी धरती दा सारियां जोनियां दा तैनूं एक सरदार बना के तोरिया होया। गुरु ग्रंथ साहिब जी महाराज ये गल कहंदे ने। ते तुरिया कित्थे फिरदा है गुरु साहिब जी महाराज फिर पुछदे ने। पर सतगुरु महाराज जियां दी गुरबाणी सुनन वास्ते जिहड़ा है वो मनुख तैयार नहीं है। हाँ, कलयुग दा पहरा लग्या होवे, कोई नचार लग्या होवे, कोई गवैया लग्या होवे गाउण वाला, फिर किसी 70 साल के बुढ़े नूं कहना नहीं पैंदा कि बापू तू भी गवैया सुन ला जाके, लोड़ ही नहीं कहण दी, आप ही पहुँच जाते, आप ही पहुँच जाते ने। फिर ये भी नहीं वे गवैया लग्या पिया होवे ते ओदे गवैये नूं सुनन वाला 1000 बंदा खड़ा होवे, एक अद्धा बंदा कह दे भी नहीं मैं ते घर दे विच पशुआं नूं पट्ठे पाउणे ने, मैं ते अपने घर जाना, ऐ भी गल नहीं है। उत्थे ही बैठे रहणगे, उत्थे ही खड़े रहणगे। इत्थों ही पता लगता है कि कलयुग ने सानू किन्ना क दब्बिया होया ते किन्ने क असीं सरदार हाँ। तो हर एक जगह ते जिहड़े है वो जिहड़ी परमात्मा ने सानू सरदारी बख्शी सी वो साडे कोलों इसे करके खुस गई है कि असीं गुरु ग्रंथ साहिब जी महाराज दे शब्द दे लड़ लगे ही नहीं। ते जे माड़ा मोटा लगे हैं, जे गुरु ग्रंथ साहिब जी महाराज कोले माड़ा मोटा उन्ना ही है, वो फिर जिहड़े माड़े मोटे गुरु ग्रंथ साहिब कोले आउंदे ने, वो मेरे वर्गे बाबियां दे हत्थ आ जाते हैं, वो बाबियां नाल जुड़ जाते हैं। बाबे फिर अड आपो अपनी मर्यादा सारे बाबियां ने चला ली है। तुसी 10 रुपये गुरु ग्रंथ साहिब महाराज नूं मत्था टेको, 500 रुपया बाबे नूं मत्था टेको। फिर बाबा कहूगा कि तुहाडा पुੱਤ नौकरी लग जूगा, तुहाडे फसल वधिया होगी, तुहाडियां मੱਝਾਂ दुध देणगियां, तुहाडे ये होऊगा, तुहाडे घर दे विच इन्नियां बरकतां आ जाणगियां। ओए पागल बंदिया तूं कित्थे तुरिया फिरदा है? ਜਿਹੜੀਆਂ ਗੱਲਾਂ ਤੋਂ 500 रुपया किसी पागल मनुख के सामने रख के तू मत्था टेक के सुनदा, तू गुरु ग्रंथ साहिब जी महाराज तो पुछ लै। तैनू बाबा नानक दसदा है, तेरे घर दे विच बैठ के दसूगा। तू कदे अपने घर दे विच जपजी साहिब दा पाठ कर,
जे तेरे घर दे विच कोई दुख है ਉਹਦਾ ਸਮਾਧਾਨ ਕਿਵੇਂ ਹੈ, ਦੁੱਖ ਤੇਰੇ ਘਰ ਵਿੱਚੋਂ ਨਿਕਲੇਗਾ ਕਿਵੇਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੈਨੂੰ ਘਰੇ ਬੈਠੇ ਨੂੰ ਦੱਸਣਗੇ, ਘਰੇ ਬੈਠੇ ਨੂੰ ਦੱਸਣਗੇ। ਪਰ ਅਸੀਂ ਪੁੱਛਣ ਵਾਸਤੇ ਤਿਆਰ ਨਹੀਂ ਹਾਂ। ਜੇ ਇਹ ਅਸੀਂ ਛੱਡ ਗਏ ਦਰ ਤੇ ਫਿਰ ਸਾਡੇ ਅੱਜ ਪੱਲੇ ਵੀ ਕੁਛ ਨਹੀਂ ਰਿਹਾ। ਤੋ ਹਰ ਇੱਕ ਮਨੁੱਖ ਦਾ ਫਰਜ਼ ਬਣਦਾ ਹੈ। ਮੈਂ ਵਾਰੀ ਵਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੁੰਦਾ, ਜਪਜੀ ਸਾਹਿਬ ਦਾ ਪਾਠ ਹਰ ਇੱਕ ਘਰ ਦੇ ਵਿੱਚ ਲਾਜ਼ਮੀ ਹੋਵੇ। ਔਰ ਫਿਰ ਗੁਰੂ ਸਾਹਿਬ ਜੀ ਮਹਾਰਾਜ ਜਿੰਨੇ ਕੋਈ ਦੁੱਖ ਸੰਸਾਰਕ ਲੈਵਲ 'ਤੇ ਸਾਨੂੰ ਆਉਂਦੇ ਨੇ, ਉਹ ਸਾਰੇ ਦੇ ਸਾਰੇ ਦੁੱਖਾਂ ਦਾ ਸਮਾਧਾਨ, ਦੁੱਖ ਨਿਕਲਣਗੇ ਕਿਵੇਂ, ਤੁਹਾਨੂੰ ਬਾਬਾ ਨਾਨਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਜ਼ਰੂਰ ਦੱਸੇਗਾ ਕਰੇ। ਪਰ ਇੰਨਾ ਕੰਮ ਤੇ ਸਾਨੂੰ ਖੁਦ ਨੂੰ ਕਰਨਾ ਪੈਣਾ ਹੈ ਕਿ ਉਹ ਗੁਰੂ ਸਾਹਿਬ ਜੀ ਮਹਾਰਾਜ ਦਾ ਜਿਹੜਾ ਨਿਤਨੇਮ ਹੈ ਇਹ ਸਾਨੂੰ ਆਪ ਨੂੰ ਕਰਨਾ ਪੈਣਾ ਹੈ, ਇਹ ਸਾਨੂੰ ਆਪ ਨੂੰ ਕਰਨਾ ਪੈਣਾ ਹੈ। ਤੋ ਜੇ ਕੋਈ 10 ਮਿੰਟਾਂ ਦਾ, 15-20 ਮਿੰਟਾਂ ਦਾ, 24 ਘੰਟਿਆਂ ਵਿੱਚੋਂ ਸਮਾਂ ਕੱਢ ਕੇ ਜਪਜੀ ਸਾਹਿਬ ਹੀ ਨਹੀਂ ਪੜ੍ਹ ਸਕਦਾ, ਐਸੇ ਬੰਦੇ ਨੂੰ ਫਿਰ ਸਰਦਾਰ ਅਖਵਾਉਣ ਦਾ ਵੀ ਕੋਈ ਹੱਕ ਨਹੀਂ ਬਣਦਾ। ਤੋ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਇਸ ਘਰ ਦੇ ਵਿੱਚ ਸਭ ਦੀਆਂ ਇੱਛਾ ਨੇ ਜਿਹੜੀਆਂ ਉਹ ਪੂਰਨ ਹੁੰਦੀਆਂ ਹਨ। ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੇ ਵਸ ਹੈ ਕੰਮ ਧੈਨਾ, ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਸਮਾਪਤੀ ਦਾ ਸਮਾਂ ਹੋ ਚੁੱਕਿਆ। ਗੁਰੂ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ, ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਧੰਨਵਾਦ, ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।